देश दुनिया की हर वड्डी खबर ਦੇ ਲਈ ਹੁਣੇ डाउनलोड करो नंबर 1 न्यूज़ ऐप दैनिक सवेरा टाइम्स। ਕੈਪਟਨ ਅਮਰਿੰਦਰ ਸਿੰਘ ਨੇ ਹੋਰ ਤਾਂ ਜੋ ਆਪ ਇਹਨਾਂ ਨੇ ਕਮਿਟ ਕੀਤਾ ਸੀ, ਪ੍ਰੋਮਿਸ ਕੀਤਾ ਸੀ ਆਪਣੇ ਮੈਨੀਫੈਸਟੋ 'ਚ ਕਿ ਬਾਦਲ ਤਾਂ ਇਕੱਲੇ ਦਾਣੇ ਤੇ ਦਾਲ ਦਿੰਦਾ, ਜਦੋਂ ਕਾਂਗਰਸ ਕਹਿੰਦੇ ਸੀ ਆਊਗੀ ਅਸੀਂ ਖੰਡ ਵੀ ਦੇਵਾਂਗੇ, ਪੱਤੀ ਵੀ ਦੇਵਾਂਗੇ, ਘਿਓ ਵੀ ਦੇਵਾਂਗੇ। ਉਹ ਖੰਡ ਪੱਤੀ ਘਿਓ ਤਾਂ ਨਹੀਂ ਮਿਲਿਆ, ਲੇਕਿਨ ਆ ਜਿਹੜੇ ਨਵੇਂ ਕਾਰਡ ਹੁਣ ਨੀਲੇ ਬਣਾਉਣ ਵਾਸਤੇ ਗਰੀਬ ਲੋਕਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ, ਜਲੀਲ ਕੀਤਾ ਜਾ ਰਿਹਾ। ਕਾਂਗਰਸੀ ਲੀਡਰਾਂ ਕੋਲ ਉਹਨਾਂ ਦੇ ਘਰਾਂ ਵਿੱਚ ਹਾਜ਼ਰੀਆਂ ਭਰਨ ਨੂੰ ਕਿਹਾ ਜਾ ਰਿਹਾ। ਮੈਂ ਇਹ ਚੀਜ਼ ਜਾਣਨ ਦੀ ਕੋਸ਼ਿਸ਼ ਕਰ ਰਿਹਾ ਕਿ ਕੀ ਭ੍ਰਿਸ਼ਟਾਚਾਰ ਇਹ 5 ਸਾਲ ਤੋਂ ਹੈ, ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਕਿ ਉਦੋਂ ਨਹੀਂ ਸੀਗਾ? ਭ੍ਰਿਸ਼ਟਾਚਾਰ ਤਾਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀ। ਜਦੋਂ ਕਾਂਗਰਸ ਨੇ ਇੱਥੇ ਰਾਜਪਾਟ ਸੰਭਿਆ, ਕਾਂਗਰਸ ਨੇ ਸਭ ਤੋਂ ਵੱਡਾ ਜਨਮ ਦਿੱਤਾ ਕਰਪਸ਼ਨ ਨੂੰ। ਇੱਥੇ ਤੁਸੀਂ ਆਮ ਵੱਡੇ ਵੱਡੇ ਰਾਈਟਰਾਂ ਦੀਆਂ ਕਿਤਾਬਾਂ ਪੜ੍ਹੋ, ਕਹਿੰਦੇ ਵੀ ਕਾਂਗਰਸ ਕਰਪਸ਼ਨ ਦੀ ਮਾਂ ਹੈ, ਮਦਰ ਆਫ ਕਰਪਸ਼ਨ। ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਦਾ ਮੁੱਦਾ ਬੜਾ ਹੀ ਗਰਮ ਹੈ। ਭ੍ਰਿਸ਼ਟਾਚਾਰ ਕਈ ਦਹਾਕਿਆਂ ਤੋਂ ਜਿਹੜਾ ਚੱਲਦਾ ਆ ਰਿਹਾ, ਜਿਹੜਾ ਪੂਰੇ ਦੇਸ਼ ਨੂੰ ਘੋਂਦੇ ਵਾਂਗ ਖਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਵੀ ਇਸ ਤੋਂ ਬਚਿਆ ਨਹੀਂ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ, ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ, ਸਰਕਾਰਾਂ ਦੇ ਉੱਤੇ ਵੱਡੇ ਜਿਹੜੇ ਇਲਜ਼ਾਮ ਨੇ ਉਹ ਲਗਾਉਂਦੇ ਰਹੇ ਨੇ। ਅੱਜ ਇੱਕ ਹੋਰ ਇਲਜ਼ਾਮ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਨੇ ਪਵਨ ਕੁਮਾਰ ਟੀਨੂ, ਉਹਨਾਂ ਦੇ ਵੱਲੋਂ ਮੌਜੂਦਾ ਜਿਹੜੀ ਕਾਂਗਰਸ ਸਰਕਾਰ ਹੈ, ਵੱਡੇ ਜਿਹੜੇ ਇਲਜ਼ਾਮ ਨੇ ਲਗਾਏ ਗਏ ਨੇ। ਇਸ ਵੇਲੇ ਮੇਰੇ ਨਾਲ ਮੌਜੂਦ ਨੇ ਪਵਨ ਕੁਮਾਰ ਟੀਨੂ ਜੀ। ਟੀਨੂ ਜੀ, ਵੱਡੇ ਇਲਜ਼ਾਮ ਤੁਹਾਡੇ ਵੱਲੋਂ ਲਗਾਏ ਗਏ ਨੇ। ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹਾਂਗਾ ਇਲਜ਼ਾਮ ਕਿਹੜੇ-ਕਿਹੜੇ ਨੇ? ਦੇਖੋ, ਇਲਜ਼ਾਮ ਨਹੀਂ ਹੈਗੇ, ਇਹ ਅਸਲੀਅਤ ਆ ਕਿ ਪੰਜਾਬ 'ਚ ਜਦੋਂ ਦੀ ਕਾਂਗਰਸ ਗਵਰਨਮੈਂਟ ਆਈ ਆ, 34% ਐਸਸੀ ਆਬਾਦੀ ਪੰਜਾਬ ਦੀ, ਉਹਨਾਂ ਦੇ ਵਿਦਿਆਰਥੀਆਂ ਨਾਲ ਲਗਾਤਾਰ ਧੱਕਾ ਹੋ ਰਿਹਾ। 4 ਲੱਖ ਤੋਂ ਵੱਧ ਬੱਚਾ ਪੜ੍ਹਦਾ ਸੀ ਪੰਜਾਬ 'ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਥੱਲੇ। ਅੱਜ ਉਹ ਘਟ ਕੇ ਕੈਪਟਨ ਅਮਰਿੰਦਰ ਸਿੰਘ ਦੀ ਮਿਹਰਬਾਨੀ ਨਾਲ 1 ਲੱਖ ਤੋਂ ਘੱਟ ਥੱਲੇ ਆ ਗਿਆ। ਤੇ ਜਿੰਨਾ ਵੀ ਪੈਸਾ ਕੇਂਦਰ ਤੋਂ ਆਇਆ ਉਹ ਸਾਰਾ ਹੜੱਪ ਕਰ ਲਿਆ। 69 ਕਰੋੜ ਰੁਪਏ ਦਾ ਗਬਨ ਹੋ ਗਿਆ। ਸਾਧੂ ਸਿੰਘ ਧਰਮਸੋਤ ਦੇ ਬਾਰੇ 'ਚ ਇੱਕ ਪ੍ਰਿੰਸੀਪਲ ਚੀਫ ਸੈਕਟਰੀ ਨੇ ਰਿਪੋਰਟ ਬਣਾਤੀ ਬਈ ਮੰਤਰੀ ਵਿੱਚ ਸ਼ਾਮਲ ਹੈ ਇਸ ਘਪਲੇ 'ਚ, ਉੱਤੇ ਕੋਈ ਕਾਰਵਾਈ ਨਹੀਂ ਹੋਈ। ਤੇ ਤੁਸੀਂ ਹੈਰਾਨ ਹੋ ਜਾਓਗੇ, ਪਿਛਲੇ 3 ਸਾਲ ਤੋਂ 2018, 19 ਤੇ 20 ਜਿਹੜੇ ਸ਼ਡਿਊਲ ਕਾਸਟ ਬੱਚਿਆਂ ਨੇ ਆਪਣੀਆਂ ਡਿਗਰੀਆਂ ਕੰਪਲੀਟ ਕੀਤੀਆਂ ਆ ਪ੍ਰਾਈਵੇਟ ਕਾਲਜਸ ਤੋਂ, ਇੰਸਟੀਚਿਊਸ਼ਨ ਤੋਂ, ਉਹ ਇੰਸਟੀਚਿਊਸ਼ਨ ਉਹਨਾਂ ਨੂੰ ਡਿਗਰੀ ਨਹੀਂ ਦੇ ਰਿਹਾ। ਉਹਦਾ ਕਾਰਨ ਇਹ ਹੈ ਕਿ ਸਟੇਟ ਗਵਰਨਮੈਂਟ ਉਹਨਾਂ ਨੂੰ ਪੈਸਾ ਨਹੀਂ ਦੇ ਰਹੀ ਫੀਸਾਂ ਦਾ। ਤੇ ਮਨਪ੍ਰੀਤ ਸਿੰਘ ਬਾਦਲ ਜਿਹੜੇ ਖਜ਼ਾਨਾ ਮੰਤਰੀ ਆ ਸੂਬੇ ਦੇ, ਉਹਨਾਂ ਨੇ 2440 ਕਰੋੜ ਰੁਪਈਆ ਪਿਛਲੇ 3 ਸਾਲਾਂ ਦੇ ਬਜਟ ਵਿੱਚ ਰਾਖਵਾਂ ਰੱਖਿਆ ਸੀ ਬੱਚਿਆਂ ਦੀਆਂ ਫੀਸਾਂ ਦਾ। ਤੁਸੀਂ ਹੈਰਾਨ ਹੋ ਜਾਓਗੇ, ਇਹ ਇਲਜ਼ਾਮ ਨਹੀਂ, ਇਹ ਅਸਲੀਅਤ ਆ ਕਿ ਉਹਨਾਂ 2440 ਕਰੋੜ ਦੇ ਵਿੱਚੋਂ 24 ਰੁਪਈਏ ਵੀ ਵਿੱਤ ਮੰਤਰੀ ਨੇ, ਪੰਜਾਬ ਸਰਕਾਰ ਨੇ ਫੀਸਾਂ ਵਾਲੇ ਕਿਸੇ ਬੱਚੇ ਨੂੰ ਨਹੀਂ ਦਿੱਤੇ। ਸਿਰਫ ਵਾਹ-ਵਾਹ ਖੱਟਣ ਲਈ ਵਿਧਾਨ ਸਭਾ 'ਚ, ਅਖਬਾਰਾਂ 'ਚ ਉਹ 2440 ਕਰੋੜ ਰੁਪਈਆ ਬਜਟ 'ਚ ਰੱਖ ਲਿਆ। ਟੀਨੂ ਜੀ, ਜਦੋਂ ਕਾਂਗਰਸ ਦੀ ਗੱਲ ਕਰਦੇ ਹਾਂ ਤਾਂ ਕਾਂਗਰਸ ਦੇ ਵੱਖ-ਵੱਖ ਨੁਮਾਇੰਦਿਆਂ ਵੱਲੋਂ ਇਹ ਇਲਜ਼ਾਮ ਲਾਏ ਜਾ ਰਹੇ ਨੇ ਕਿ ਇਹ ਜਿਹੜੇ ਘਪਲੇ ਸੀਗੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਚੱਲਦੇ ਸੀ। ਇਹਦੇ ਬਾਰੇ ਕੀ ਕਹੋਗੇ? ਨਹੀਂ, ਉਹ ਤਾਂ ਦੇਖੋ, ਤੁਸੀਂ ਉਲਟ ਕਿਸੇ ਨੂੰ ਕਹਿ ਦਿਓ, ਉਹ ਤਾਂ ਟਾਈਮ ਵੇਸਟ ਕਰਨ ਵਾਲੀ ਗੱਲ ਹੈ। ਇੱਕ ਵੀ ਘਪਲਾ, ਹੁਣ ਤਾਂ ਇਹਨਾਂ ਦੀ ਸਰਕਾਰ ਹੈ ਕਾਂਗਰਸ ਦੀ, ਇੱਕ ਵੀ ਘਪਲਾ ਸਾਡੇ ਟਾਈਮ ਤੇ ਹੋਇਆ ਹੋਵੇ ਅਸੀਂ ਜ਼ਿੰਮੇਵਾਰ ਹਾਂ, ਸਾਨੂੰ ਦੱਸਣ, ਸਾਡੇ ਮੱਥੇ ਤੇ ਲਾਉਣ। ਜਦ ਕਿ ਸਾਡੀ ਸਰਕਾਰ 'ਚ 2016 'ਚ ਅਸੀਂ 12 ਇੰਸਟੀਚਿਊਸ਼ਨ ਫੜੇ ਸੀ ਜਿਨ੍ਹਾਂ ਨੇ 14 ਕਰੋੜ ਰੁਪਈਆ ਜਿਹੜਾ ਆ ਬੱਚਿਆਂ ਦਾ ਖਾ ਲਿਆ ਸੀ। ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਸੀ। ਲੇਕਿਨ ਸਾਧੂ ਸਿੰਘ ਧਰਮਸੋਤ ਨੇ ਕੀ ਕੀਤਾ? ਸਰਕਾਰੀ ਪੈਸਾ, ਬੱਚਿਆਂ ਦਾ ਪੈਸਾ ਉਹ ਇੰਸਟੀਚਿਊਸ਼ਨਾਂ ਨੂੰ ਦੇ ਦਿੱਤਾ, ਵਿੱਚ ਕਰਪਸ਼ਨ ਕਰਕੇ, ਰਿਸ਼ਵਤਖੋਰੀ ਕਰਕੇ। ਸੋ ਹੁਣ ਤਾਂ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ। ਹੁਣ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸਾਧੂ ਸਿੰਘ ਧਰਮਸੋਤ ਨੂੰ ਬਚਾ ਲਿਆ। ਕੁਝ ਲੋਕ ਇਸ ਕਰਕੇ ਚੁੱਪ ਕਰ ਗਏ ਕਿ ਕਿਸਾਨ ਅੰਦੋਲਨ ਚੱਲ ਰਿਹਾ। ਨਹੀਂ ਟੀਨੂ ਜੀ, ਮੈਂ ਮਾਫ ਕਰਨਾ ਰੋਕਾਂਗਾ। ਜੇਕਰ ਕੈਪਟਨ ਅਮਰਿੰਦਰ ਸਿੰਘ ਨੇ, ਤੁਸੀਂ ਸਾਧੂ ਸਿੰਘ ਧਰਮਸੋਤ ਦੀ ਗੱਲ ਕਰਦੇ ਹੋ, ਬਚਾ ਲਿਆ, ਫਿਰ ਵਿਰੋਧੀ ਧਿਰ ਦੀਆਂ ਜਿਹੜੀਆਂ ਪਾਰਟੀਆਂ ਸੀਗੀਆਂ, ਤੁਸੀਂ ਵੀ ਵਿਰੋਧੀ ਧਿਰ ਦੇ ਵਿੱਚ ਰਹੇ ਹੋ, ਠੀਕ ਹੈ, ਹੁਣ ਚਲੋ ਆਮ ਆਦਮੀ ਪਾਰਟੀ ਹੈ ਵਿਰੋਧੀ ਧਿਰ ਦੇ ਵਿੱਚ, ਫਿਰ ਕਿਉਂ ਨਹੀਂ ਉਜਾਗਰ ਕਰ ਸਕੀਆਂ? ਕਿਉਂ ਕਲੀਨ ਚਿੱਟ ਮਿਲ ਗਈ ਸਾਧੂ ਸਿੰਘ ਧਰਮਸੋਤ? ਦੇਖੋ, ਉਜਾਗਰ ਤਾਂ ਸਾਫ਼ ਆ, ਉਹ ਤਾਂ ਹੁਣ ਮੈਂ ਨਾ ਮਾਨੂ ਵਾਲੀ ਗੱਲ ਆ। ਸਰਕਾਰ ਦੇ ਪ੍ਰਿੰਸੀਪਲ ਸੈਕਟਰੀ
ਉਹਨੇ ਲਿਖਤ ਰਿਪੋਰਟ ਦਿੱਤੀ ਲਗਭਗ 44 ਪੇਜਾਂ ਦੀ। ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਵੀ ਕਿੱਦਾਂ ਪੈਸਾ ਕੇਂਦਰ ਤੋਂ ਆਇਆ ਤੇ ਕਿੱਦਾਂ ਉਹਦੀ ਕਾਣੀ ਵੰਡ ਸਾਧੂ ਸਿੰਘ ਧਰਮਸੋਤ ਦੇ ਹੁਕਮਾਂ ਤੇ ਹੋਈ, ਕਿੱਦਾਂ ਵੱਖਰੀਆਂ ਫਾਈਲਾਂ ਬਣਾਈਆਂ ਗਈਆਂ, ਵੱਖਰੇ ਬੈਂਕ ਅਕਾਊਂਟ ਖੋਲ੍ਹੇ ਗਏ, ਵੱਖਰੀਆਂ ਜਿਹੜੀਆਂ ਸਾਰਾ ਸਿਸਟਮ ਬਣਾ ਕੇ ਆਪਣੇ ਪਸੰਦੀਦਾ ਅਧਿਕਾਰੀ ਸਾਧੂ ਸਿੰਘ ਧਰਮਸੋਤ ਨੇ ਜਿਹੜੇ ਕਰਪਟ ਸੀ, ਜਿਹੜੇ ਪਹਿਲਾਂ ਵੀ ਕਰਪਸ਼ਨ ਵਿੱਚ ਸਸਪੈਂਡ ਰਹੇ ਆ, ਉਹਨਾਂ ਨੂੰ ਮੋਹਰੇ ਲਾ ਕੇ ਪੈਸਾ ਕਮਾਇਆ ਸਾਧੂ ਸਿੰਘ ਧਰਮਸੋਤ ਨੇ। ਹੁਣ ਦੱਸੋ ਤੁਸੀਂ ਤੇ ਅਸੀਂ ਕੀ ਕਰ ਲਵਾਂਗੇ ਜਦੋਂ ਮੁੱਖ ਮੰਤਰੀ ਦਾ ਹੱਥ ਹੋਊਗਾ ਕਿਸੇ ਦੇ ਦੋਸ਼ੀ ਦੇ ਉੱਤੇ, ਉਹਨੂੰ ਕਿਹੜਾ ਬੰਦਾ ਸਜ਼ਾ ਦੇ ਸਕਦਾ? ਮੁੱਖ ਮੰਤਰੀ ਦਾ ਹੱਥ ਜਿਹੜਾ ਆ ਸਾਧੂ ਸਿੰਘ ਧਰਮਸੋਤ ਦੇ ਮਗਰ ਆ, ਇਸ ਕਰਕੇ ਕੋਈ ਕਾਰਵਾਈ ਨਹੀਂ ਹੋਈ। ਲੇਕਿਨ ਸਰਕਾਰਾਂ ਤਾਂ ਬਦਲਦੀਆਂ ਰਹਿੰਦੀਆਂ ਆ। ਇਹ ਲੋਕਾਂ ਦੇ ਗਰੀਬਾਂ ਦੇ ਬੱਚਿਆਂ ਦੀਆਂ ਫੀਸਾਂ ਦਾ ਪੈਸਾ ਜਿਹੜਾ ਮੰਤਰੀ ਨੇ ਖਾਧਾ, ਅਫਸਰਾਂ ਨੇ ਖਾਧਾ, ਇਹ ਇੱਦਾਂ ਨਹੀਂ ਜਾਣ ਦਿੰਦੇ। ਸਰਕਾਰਾਂ ਬਦਲਦੀਆਂ ਰਹਿੰਦੀਆਂ ਆ, ਲੇਕਿਨ ਇਹਨਾਂ ਦੇ ਹੱਡਾਂ 'ਚੋਂ ਪੈਸੇ ਕੱਢਾਂਗੇ, ਮੌਕਾ ਜ਼ਰੂਰ ਮਹਾਰਾਜ ਦਊਗਾ। ਇਹ ਇੱਦਾਂ ਨਹੀਂ ਜਾਣ ਦਿੰਦੇ ਇਹਨਾਂ ਨੂੰ। ਦੇਖੋ ਅੱਜ ਬੱਚੇ ਸ਼ਡਿਊਲ ਕਾਸਟਾਂ ਦੇ ਡਿਗਰੀਆਂ ਲੈਣ ਵਾਸਤੇ ਕਾਲਜਾਂ ਦੇ ਮੋਹਰੇ ਧਰਨਿਆਂ ਤੇ ਬਹਿੰਦੇ ਆ, ਵਿਚਾਰੇ ਐਸਡੀਐਮ ਦਫ਼ਤਰਾਂ ਮੋਹਰੇ, ਡੀਸੀ ਦਫ਼ਤਰਾਂ ਮੋਹਰੇ ਜਾਂਦੇ, ਸੁਣਨ ਵਾਲਾ ਹੀ ਕੋਈ ਨਹੀਂ। ਆ ਥੋੜ੍ਹੇ ਦਿਨ ਪਹਿਲਾਂ ਇੱਕ ਚੰਡੀਗੜ੍ਹ ਮੀਟਿੰਗ ਹੋਈ ਆ ਜਿਹਦੇ ਵਿੱਚ 4 ਵਜ਼ੀਰ ਪੰਜਾਬ ਦੇ ਸ਼ਾਮਲ ਸੀ। ਮੈਂ ਤਾਂ ਪੁੱਛਣਾ ਚਾਹੁੰਦਾ ਸਾਧੂ ਸਿੰਘ ਧਰਮਸੋਤ ਨੂੰ, ਚਰਨਜੀਤ ਸਿੰਘ ਚੰਨੀ ਨੂੰ, ਜਿਹੜੇ ਟੈਕਨੀਕਲ ਮਿਨਿਸਟਰ ਆ, ਵੀ ਤੁਹਾਡੇ 'ਚ ਕੀ ਕਮਜ਼ੋਰੀ ਆ, ਤੁਹਾਡੇ 'ਚ ਕੀ ਕਮੀ ਆ? ਤੁਸੀਂ ਕਿਉਂ ਨਹੀਂ ਮਨਪ੍ਰੀਤ ਸਿੰਘ ਬਾਦਲ ਨੂੰ ਪੁੱਛਿਆ ਵੀ 2440 ਕਰੋੜ ਰੁਪਈਆ ਕਿੱਥੇ ਗਿਆ ਜਿਹੜਾ ਬਜਟ ਵਿੱਚ ਰੱਖਿਆ ਸੀ? ਕਿਉਂ ਸਾਡੇ ਬੱਚਿਆਂ ਨੂੰ ਫੀਸਾਂ ਦੇ ਰੂਪ ਵਿੱਚ ਨਹੀਂ ਦਿੱਤਾ? ਜਦ ਕਿ ਰਾਜਸਥਾਨ ਦੀ ਤੇ ਮੱਧ ਪ੍ਰਦੇਸ਼ ਦੀ ਸਰਕਾਰ ਨੇ ਬੱਚਿਆਂ ਦੀਆਂ ਫੀਸਾਂ ਲਈ ਆਪਣੇ ਸਟੇਟ ਗਵਰਨਮੈਂਟ ਦੇ ਬਜਟ ਵਿੱਚੋਂ ਪੈਸੇ ਦਿੱਤੇ। ਸੋ ਇਹ ਸੂਬੇ ਦੀ ਸਰਕਾਰ ਜਿਹੜੀ ਆ ਇਹ ਬਿਲਕੁਲ ਇਗਨੋਰ ਕਰ ਰਹੀ ਆ, ਸਾਨੂੰ ਅਣਗੌਲਿਆਂ ਕਰ ਰਹੀ ਆ ਸਾਡੇ ਬੱਚਿਆਂ ਨੂੰ। ਦੇਖੋ ਜਦ ਕੋਈ ਡਿਗਰੀ ਨਹੀਂ, ਸਰਟੀਫਿਕੇਟ ਨਹੀਂ, ਉਹਨੂੰ ਨੌਕਰੀ ਕੌਣ ਦਊਗਾ? ਉਹਨੂੰ ਬਾਹਰ ਐਜੂਕੇਸ਼ਨ ਲਈ ਐਡਮਿਸ਼ਨ ਕਿੱਦਾਂ ਮਿਲੂਗੀ? ਸੋ ਜਿੰਨਾ ਨੁਕਸਾਨ ਪਿਛਲੇ 4 ਸਾਲ 'ਚ ਗਰੀਬ ਵਰਗ ਦਾ ਪੰਜਾਬ 'ਚ ਹੋਇਆ, ਉਹਨਾਂ ਕਿਸੇ ਦਾ ਨਹੀਂ ਹੋਇਆ। ਅੱਜ ਆ ਵੀ ਮੈਂ ਤੁਹਾਨੂੰ ਦੱਸਿਆ ਅੱਗੇ ਜਿਹੜੀ ਸਕੀਮ ਆ ਨੀਲੇ ਕਾਰਡਾਂ ਵਾਲੀ, ਇਹ ਫੂਡ ਸਿਕਿਉਰਿਟੀ ਐਕਟ ਦੇ ਥੱਲੇ ਕੇਂਦਰ ਸਰਕਾਰ ਦੀ ਸਕੀਮ ਹੈ। ਇਹਦੀ ਸ਼ੁਰੂਆਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਸੀ ਜਦੋਂ ਪੰਜਾਬ 'ਚ। ਹੁਣ ਉਹਨੂੰ ਸਾਰਿਆਂ ਨੂੰ ਕਾਪੀ ਕੀਤਾ ਦੇਸ਼ ਦੀ ਸਰਕਾਰਾਂ ਨੇ, ਸੂਬਿਆਂ ਦੀ ਸਰਕਾਰਾਂ ਨੇ। ਕੈਪਟਨ ਅਮਰਿੰਦਰ ਸਿੰਘ ਨੇ ਹੋਰ ਤਾਂ ਜੋ ਆਪ ਇਹਨਾਂ ਨੇ ਕਮਿਟ ਕੀਤਾ ਸੀ, ਪ੍ਰੋਮਿਸ ਕੀਤਾ ਸੀ ਆਪਣੇ ਮੈਨੀਫੈਸਟੋ 'ਚ ਕਿ ਬਾਦਲ ਤਾਂ ਇਕੱਲੇ ਦਾਣੇ ਤੇ ਦਾਲ ਦਿੰਦਾ, ਜਦੋਂ ਕਾਂਗਰਸ ਕਹਿੰਦੇ ਸੀ ਆਊਗੀ ਅਸੀਂ ਖੰਡ ਵੀ ਦੇਵਾਂਗੇ, ਪੱਤੀ ਵੀ ਦੇਵਾਂਗੇ, ਘਿਓ ਵੀ ਦੇਵਾਂਗੇ। ਉਹ ਖੰਡ ਪੱਤੀ ਘਿਓ ਤਾਂ ਨਹੀਂ ਮਿਲਿਆ, ਲੇਕਿਨ ਆ ਜਿਹੜੇ ਨਵੇਂ ਕਾਰਡ ਹੁਣ ਨੀਲੇ ਬਣਾਉਣ ਵਾਸਤੇ ਗਰੀਬ ਲੋਕਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ, ਜਲੀਲ ਕੀਤਾ ਜਾ ਰਿਹਾ। ਕਾਂਗਰਸੀ ਲੀਡਰਾਂ ਕੋਲ ਉਹਨਾਂ ਦੇ ਘਰਾਂ ਵਿੱਚ ਹਾਜ਼ਰੀਆਂ ਭਰਨ ਨੂੰ ਕਿਹਾ ਜਾ ਰਿਹਾ। ਉਹ ਕਹਿੰਦੇ ਜੇ ਹਾਜ਼ਰੀ ਭਰੋਗੇ ਤਾਂ ਤੁਹਾਡਾ ਨੀਲਾ ਕਾਰਡ ਬਣੂਗਾ। ਕਿਉਂ? ਕਿਉਂਕਿ ਸਾਰਾ ਸਿਵਲ ਸਪਲਾਈ ਦਾ ਮਹਿਕਮਾ ਇੱਕ ਪਾਸੇ ਦਰਕਨਾਰ ਕਰ ਦਿੱਤਾ। ਹੁਣ ਕਿਸੇ ਇੰਸਪੈਕਟਰ ਦੇ ਕੋਲ, ਕਿਸੇ ਬਾਬੂ ਦੇ ਕੋਲ, ਕਿਸੇ ਡੀਐਫਸੀ ਦੇ ਕੋਲ ਨੀਲਾ ਕਾਰਡ ਬਣਾਉਣ ਦੀ ਕੋਈ ਪਾਵਰ ਨਹੀਂ। ਪਾਵਰ ਕਿਹਦੇ ਕੋਲ ਆ ਗਈ? ਕਾਂਗਰਸ ਦੇ ਹਲਕਾ ਇੰਚਾਰਜ ਕੋ ਤੇ ਕਾਂਗਰਸ ਦੇ ਐਮਐਲਏ ਕੋ। ਤੁਸੀਂ ਵੱਡਾ ਜਿਹੜਾ ਇਲਜ਼ਾਮ ਲਗਾ ਲਿਓ। ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਤਸਵੀਰਾਂ ਇਹ ਦਿਖਾ ਦੇਣ। ਇਹ ਟੀਨੂ ਜੀ, ਇਹ ਕੀ ਚੀਜ਼ ਹੈ ਔਰ ਕਿਸ ਤਰ੍ਹਾਂ ਤੁਸੀਂ ਇਹ ਕਹਿ ਰਹੇ ਹੋ, ਵੱਡਾ ਇਲਜ਼ਾਮ ਲਗਾ ਰਹੇ ਹੋ ਕਿ ਇਹ ਐਮਐਲਏ ਦੇ ਕੋਲ ਮੌਜੂਦ ਹੈ ਜਾਂ ਹਲਕੇ ਇੰਚਾਰਜਾਂ ਦੇ ਕੋਲ ਮੌਜੂਦ ਹੈ ਇਹ ਚੀਜ਼? ਇਹ ਲੋਕਾਂ ਨੂੰ ਤੁਸੀਂ ਪੁੱਛ ਲਓ। ਮੈਂ ਪੱਤਰਕਾਰ ਭਰਾਵਾਂ ਨੂੰ ਵੀ ਇਹ ਬੇਨਤੀ ਕਰੂੰਗਾ ਵੀ ਤੁਸੀਂ ਥੋੜਾ ਜਿਹਾ ਖੋਜ ਦਾ ਕੰਮ ਕਰਿਆ ਕਰੋ। ਤੇ ਇਹ ਸਟicker ਆ, ਇਹ 3 ਸਟicker ਆ ਐਕਚੁਅਲੀ ਜ਼ਿਲ੍ਹਾ ਜਲੰਧਰ ਦੇ। ਇਹ 3 ਜਿਹੜੇ ਸਟicker ਸਾਰੇ ਆ, ਹਰ ਹਲਕੇ 'ਚ 5-5 ਹਜ਼ਾਰ ਨੀਲੇ ਕਾਰਡ ਬਣਾਉਣ ਦਾ ਐਲਾਨ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਲੇਕਿਨ ਉਹ ਜਾਇਜ਼ ਬੰਦਿਆਂ ਦੇ ਨਹੀਂ ਬਣਨਗੇ, ਉਹ ਸਿਰਫ ਕਾਂਗਰਸੀਆਂ ਦੇ ਬਣਨਗੇ ਜਾਂ ਜਿਹੜੇ ਐਮਸੀ ਵੋਟਾਂ ਵਿੱਚ ਕਾਂਗਰਸ ਨੂੰ ਵੋਟਾਂ ਪਾਉਣਗੇ ਉਹਨਾਂ ਦੇ ਬਣਨਗੇ। ਇਹ ਸਟicker ਜਿਹੜੇ ਆ ਕਾਂਗਰਸ ਦੇ ਹਲਕਾ ਇੰਚਾਰਜਾਂ ਨੂੰ ਦੇ ਦਿੱਤੇ ਗਏ ਆ ਤੇ ਜਿਹੜਾ ਉਹਨਾਂ ਦੇ ਘਰ, ਉਹਨਾਂ ਦੇ ਦਫ਼ਤਰ ਜਾਊਗਾ ਉਹਦਾ ਨੀਲਾ ਕਾਰਡ ਬਣੂਗਾ, ਚਾਹੇ ਉਹ ਜਾਇਜ਼ ਆ ਚਾਹੇ ਨਜਾਇਜ਼ ਆ। ਵੈਸੇ ਇਹ ਜਿਹੜੇ ਸਟicker ਆ ਇਹ ਹੋਣੇ ਜਿਹੜੇ ਆ ਉਹ ਦਫ਼ਤਰਾਂ ਚਾਹੀਦੇ, ਸਰਕਾਰੀ ਦਫ਼ਤਰ। ਬਿਲਕੁਲ ਇਹ ਚਾਹੀਦੇ ਆ ਸਰਕਾਰੀ ਦਫ਼ਤਰਾਂ 'ਚ, ਵੀ ਜਿੱਥੇ ਕੋਈ ਬੰਦਾ ਜਾ ਕੇ ਆਪਣਾ ਫਾਰਮ ਭਰੇ ਤੇ ਸਟicker ਦੀ ਵੀ ਕੀ ਲੋੜ ਆ? ਉੱਥੇ ਫਾਰਮ ਭਰੇ ਬੰਦਾ, ਆਪਣੀ ਆਈਡੀ ਦੇਵੇ, ਆਪਣੀ ਜੋ ਫਾਰਮ ਫਿਲ ਕਰੇ ਤਾਂ ਕਹਿ ਦੇਵੇ ਜੀ ਮੇਰਾ ਨੀਲਾ ਕਾਰਡ ਬਣਾਓ। ਸਰਕਾਰ ਉਹਦੀ ਵੈਰੀਫਿਕੇਸ਼ਨ ਕਰਾ ਲਵੇ ਕਿ ਕੀ ਇਹ ਵਾਜਿਬ ਹੈ ਕੇਸ। ਜੇ ਵਾਜਿਬ ਹੈ ਤਾਂ ਉਹਦਾ ਕਾਰਡ ਬਣਾ ਦੇਵੇ। ਕਿਸੇ ਕੋਲ ਜਾਣ ਦੀ ਲੋੜ ਨਹੀਂ, ਐਮਐਲਏ ਕੋ, ਕਾਉਂਸਲਰ ਕੋ ਜਾਂ ਕਿਸੇ ਹਲਕਾ ਇੰਚਾਰਜ ਕੋ ਜਾਣ ਦੀ ਲੋੜ ਨਹੀਂ। ਇਹਦਾ ਮਤਲਬ ਤੁਸੀਂ ਇਹ ਸਕੀਮ ਜਿਹੜੀ ਆ ਇਹਦਾ ਕਾਂਗਰਸੀਕਰਨ ਕਰਨਾ ਹੈ।
ਐਕਸਪਲੋਇਟ ਕਰ ਰਹੇ, ਸ਼ੋਸ਼ਣ ਕਰ ਰਹੇ ਲੋਕਾਂ ਦਾ। ਸੋ ਇਹ ਗੱਲਾਂ ਨਹੀਂ, ਤੁਸੀਂ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਕੈਪਟਨ ਸਾਹਿਬ ਉਹ ਪੂਰੇ ਕਰੋ। ਆ ਤਾਂ ਹੋਛੀਆਂ ਹਰਕਤਾਂ। ਨਹੀਂ, ਜੇਕਰ ਟਿਨੂ ਜੀ ਵੱਡੇ ਸਵਾਲ ਇਹ ਨੇ, ਜੇਕਰ ਤੁਹਾਡੇ ਹਲਕੇ ਦੇ ਵਿੱਚ ਇਹ ਸਟicker ਅਵੇਲੇਬਲ ਨੇ, ਤੁਸੀਂ ਨੁਮਾਇੰਦਗੀ ਕਰ ਰਹੇ ਹੋ ਆਪਣੇ ਹਲਕੇ ਦੀ, ਤੁਹਾਡੇ ਵੱਲੋਂ ਕਿਉਂ ਨਹੀਂ ਐਕਸ਼ਨ ਲਿਆ ਜਾ ਰਿਹਾ? ਤੁਹਾਡੇ ਤੇ ਵੀ ਭਰੋਸਾ ਲੋਕਾਂ ਨੇ ਜਤਾਇਆ ਹੈ, ਤੁਹਾਡੇ ਤੋਂ ਐਕਸ਼ਨ ਲੈਣਾ ਚਾਹੀਦਾ ਤੁਹਾਨੂੰ। ਦੇਖੋ ਗੱਲ ਆ, ਐਕਸ਼ਨ ਕੌਣ ਲਊਗਾ? ਅੱਜ ਸਰਕਾਰ ਕਿਹਦੀ ਆ? ਕੈਪਟਨ ਅਮਰਿੰਦਰ ਸਿੰਘ ਦੀ। ਹਲਕੇ ਦੇ ਨੁਮਾਇੰਦਗੀ ਤੁਸੀਂ ਕਰ ਰਹੇ ਹੋ, ਤੁਹਾਡੇ ਕੋਲ ਪਾਵਰ ਹੈ, ਤੁਹਾਨੂੰ ਵਿਧਾਇਕ ਬਣਾਇਆ ਜਨਤਾ ਨੇ। ਜੇਕਰ ਜਨਤਾ ਦੇ ਨਾਲ ਅੱਜ ਧੋਖਾ ਹੋ ਰਿਹਾ, ਅੱਜ ਭ੍ਰਿਸ਼ਟਾਚਾਰ ਵੱਧ ਰਿਹਾ ਤੁਹਾਡੇ ਹਲਕੇ ਦੇ ਵਿੱਚ, ਤੁਹਾਨੂੰ ਐਕਸ਼ਨ ਲੈਣਾ ਚਾਹੀਦਾ। ਜੇਕਰ ਤੁਹਾਡੀ ਨਹੀਂ ਸੁਣੀ ਜਾਊਗੀ, ਫਿਰ ਆਮ ਬੰਦੇ ਦੀ ਕਿਸ ਤਰ੍ਹਾਂ ਸੁਣੀ ਜਾਊਗੀ? ਮੈਨੂੰ ਲੱਗਦਾ ਤੁਹਾਨੂੰ ਪੱਤਰਕਾਰੀ ਕਰਦਿਆਂ ਨੂੰ ਹਲੇ ਥੋੜਾ ਟਾਈਮ ਹੋਇਆ, ਕਿਉਂਕਿ ਦੇਖੋ ਸਾਡੇ ਕੋਲ ਤਾਂ 1 ਰੁਪਈਆ ਕਿਸੇ ਨੂੰ ਗ੍ਰਾਂਟ ਦੇਣ ਦੀ ਤਾਕਤ ਨਹੀਂ, ਕਿਉਂਕਿ ਸਰਕਾਰ ਉਹਨਾਂ ਦੀ ਆ। ਅਸੀਂ ਕਿਸੇ ਦੀ ਗਲੀ ਬਣਾਉਣ ਦੀ ਤਾਕਤ ਨਹੀਂ, ਚੁਣੇ ਹੋਏ ਅਸੀਂ ਆ ਲੋਕਾਂ ਵੱਲੋਂ, ਲੇਕਿਨ ਉਦਘਾਟਨ ਹਲਕਾ ਇੰਚਾਰਜ ਕਰ ਰਿਹਾ। ਜਿਹੜੇ ਕੰਮ ਅਸੀਂ ਸ਼ੁਰੂ ਕੀਤੇ ਸੀ, ਮੈਂ ਸੀਵਰੇਜ ਦਾ, ITI ਦਾ, ਉਹ ਸਾਰੇ ਬੰਦ ਕਰਾਤੇ। ਸੋ ਭਰਾਵੋ, ਜਾ ਕੇ ਤੁਸੀਂ ਵੀ, ਜਾ ਕੇ ਜਰਨਲਿਸਟ ਵੀ ਜਾਣ, ਜਾ ਕੇ ਦੇਖਣ, ਕਿਉਂਕਿ ਪੁਲਿਸ ਕਿਹਦੀ ਆ, ਮਹਿਕਮੇ ਕਿਹਦੇ ਆ? ਉਹ ਤਾਂ ਸਰਕਾਰ ਦੇ ਆ। ਤਾਂ ਸਰਕਾਰ ਦੇ ਅਫਸਰਾਂ ਨੂੰ, ਮੁਲਾਜ਼ਮਾਂ ਨੂੰ ਤਾਂ ਵਿਚਾਰਿਆਂ ਨੂੰ ਡਰ ਹੁੰਦਾ ਬਈ ਜੀ ਅਸੀਂ ਕੋਈ ਸੱਚ ਕਹਿਤਾ ਸਾਡੀ ਬਦਲੀ ਹੋ ਜੂ, ਬਠਿੰਡੇ ਦੀ, ਮੁਕਤਸਰ ਦੀ, ਫਰੀਦਕੋਟ ਦੀ। ਸੋ ਇਸ ਕਰਕੇ ਸਾਰਾ ਸਿਸਟਮ ਦਰਕਨਾਰ ਕਰਕੇ ਸਿਵਲ ਸਪਲਾਈ ਮਹਿਕਮੇ ਦੇ ਮੁਲਾਜ਼ਮਾਂ ਅਫਸਰਾਂ ਦੀਆਂ ਪਾਵਰਾਂ ਕੈਪਚਰ ਕਰਕੇ ਇਸ ਸਕੀਮ ਦਾ ਕਾਂਗਰਸੀਕਰਨ ਕੀਤਾ ਜਾ ਰਿਹਾ ਔਰ ਲੋਕਾਂ ਦਾ ਸ਼ੋਸ਼ਣ ਤੇ ਲੋਕਾਂ ਨੂੰ ਜਲੀਲ ਕੀਤਾ ਜਾ ਰਿਹਾ। ਸੋ ਇਹ ਗਲਤ ਆ। ਮੈਂ ਤਾਂ ਇਹ ਮੁੱਦੇ, ਕਿਉਂਕਿ ਤੁਸੀਂ ਵੱਡਾ ਹੀ ਗੱਲ ਕਹਿ ਰਹੇ ਹੋ, ਮੈਂ ਤੁਹਾਡੀ ਜਿਹੜਾ ਜਵਾਬ ਦਿੱਤਾ ਉਹਦੇ ਤੇ ਲੈ ਕੇ ਆਉਂਦਾ। ਜੇਕਰ ਸਰਕਾਰ ਕਾਂਗਰਸ ਦੀ ਹੈ ਤੇ ਅਕਾਲੀ ਦਲ ਦਾ ਵਿਧਾਇਕ ਮਤਲਬ ਕੁਝ ਨਹੀਂ ਕਰ ਸਕਦਾ, ਤੁਹਾਡੇ ਕਹਿਣ ਦਾ ਮਤਲਬ ਇਹ? ਦੇਖੋ, ਅਸੀਂ ਤੁਹਾਡੇ ਕੋਲ ਆ ਸਕਦੇ ਹਾਂ, ਅਸੀਂ ਮੀਡੀਆ ਕੋਲ ਜਾ ਸਕਦੇ ਹਾਂ। ਹੁਣ ਦੱਸੋ ਅਸੀਂ ਕਿਹਦੇ ਕੋਲ ਜਾਈਏ? ਦੱਸੋ, ਤੁਸੀਂ ਦੱਸ ਦਿਓ ਕੀ ਇਹ ਤਾਂ ਸਾਡੇ ਕੋਲ ਗਾਂਹ ਰਸਤਾ ਕਿਹੜਾ? ਦੂਜਾ ਸਾਡੇ ਕੋਲ ਹੁੰਦਾ ਪੰਜਾਬ ਦੀ ਵਿਧਾਨ ਸਭਾ ਲੱਗੇ, ਅਸੀਂ ਵਿਧਾਨ ਸਭਾ 'ਚ ਜਾ ਕੇ ਰੌਲੀ ਪਾਈਏ ਬਈ ਆਹ ਦੇਖੋ ਜੀ ਤੁਹਾਡੀ ਸਰਕਾਰ 'ਚ ਆਹ ਕੁਛ ਹੋ ਰਿਹਾ। ਪਰ ਵਿਧਾਨ ਸਭਾ ਵਿੱਚ ਉਹ ਕਹਿੰਦੇ ਸਾਡੀ ਮੈਜੋਰਟੀ ਆ, ਸਾਡੇ ਕੋਲ 77 MLA ਆ, ਤੁਸੀਂ ਬੋਲੀ ਜਾਓ ਜਿੰਨਾ ਮਰਜ਼ੀ ਬੋਲਣਾ। ਸੋ ਭਾਈ ਸਾਹਿਬ, ਇਹ ਸਾਡਾ ਸਿਸਟਮ ਹੈ ਜਿਹੜਾ, ਇਹਦੇ ਵਿੱਚ ਲੋਕਾਂ ਦਾ ਨੁਕਸਾਨ ਹੋ ਰਿਹਾ। ਤੁਸੀਂ ਪੁੱਛੋ ਕਿੱਥੇ ਘਰ ਘਰ ਨੌਕਰੀ, ਤੁਸੀਂ ਪੁੱਛੋ ਕਾਂਗਰਸ ਦੇ MLA ਨੂੰ ਕਿੱਥੇ ਤੁਹਾਡੀ ਚਾਹ ਪੱਤੀ ਖੰਡ ਘਿਓ ਕਿੱਥੇ ਆ? ਆਹ ਤਾਂ ਸਕੀਮ ਪੁਰਾਣੀ ਬਾਦਲ ਸਾਹਿਬ ਦੇ ਵੇਲੇ ਦੀ ਚੱਲਦੀ ਆ, ਤੇ ਸਟਿੱਕਰਾਂ ਦੀ ਕੀ ਲੋੜ ਹੈ? ਤੁਸੀਂ ਕਿਸੇ ਬੰਦੇ ਨੂੰ ਜਾਇਜ਼ ਨੂੰ ਲੈ ਕੇ ਜਾਓ ਕਿਸੇ ਦਫ਼ਤਰ 'ਚ, ਬਿਲੇ ਵੀ ਇਹ ਗਰੀਬ ਹੈ, ਇਹਦਾ ਨੀਲਾ ਕਾਰਡ ਬਣਾ ਦਿਓ, ਤਾਂ ਬਣਨਾ ਚਾਹੀਦਾ। ਤੇ ਜੇ ਤੁਹਾਨੂੰ ਉਹ ਇੰਸਪੈਕਟਰ ਕਹੇ ਕਿ ਮੇਰੇ ਕੋਲ ਭਾਜੀ ਤਾਕਤ ਨਹੀਂ ਕੋਈ, ਤੁਸੀਂ ਹਲਕਾ ਇੰਚਾਰਜ ਕੋ ਜਾਓ, ਤੁਹਾਨੂੰ ਠੀਕ ਲੱਗੂਗਾ ਉਹ? ਮੈਂ MLA ਆ, ਮੈਂ ਸੇਵਾਦਾਰ ਆ, ਪਰ ਮੁਸ਼ਕਲ ਇਹੀ ਆ ਵੀ ਲੋਕਤੰਤਰ 'ਚ ਅੱਜ ਚੁਣੇ ਹੋਏ ਲੋਕਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ। ਅੱਜ ਇਹਨਾਂ ਦੇ ਹਲਕਾ ਇੰਚਾਰਜ ਜਿਹੜੇ ਆ, ਉਹ ਉਹਨਾਂ ਦੇ ਕਹੇ ਤੇ SHO ਲੱਗ ਰਹੇ ਆ, ਉਹਨਾਂ ਦੇ ਕਹੇ ਤੇ DSP ਲੱਗ ਰਹੇ ਆ। ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਇਹ ਚੀਜ਼ਾਂ ਨਹੀਂ ਸੀਗੀਆਂ। ਸਵਾਲ ਵੱਡੇ ਨੇ। ਮੈਂ ਤੈਨੂੰ ਜੀ ਗੱਲ ਸਿੰਪਲ ਇਹ ਹੈ ਕਿ ਅੱਜ ਲੋਕ ਜਵਾਬ ਮੰਗਦੇ ਨੇ, ਅੱਜ ਲੋਕ ਜਿਹੜੇ ਨੇ ਜਾਗਰੂਕ ਨੇ। ਮੈਂ ਇਹ ਚੀਜ਼ ਜਾਣਨ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਮੈਨੂੰ ਥੋੜਾ ਸਮਾਂ ਹੋਇਆ ਪੱਤਰਕਾਰੀ ਕਰਦਿਆਂ ਨੂੰ, ਤੁਹਾਡੀ ਜ਼ਬਾਨੀ ਹੈ। ਮੈਂ ਇਹ ਚੀਜ਼ ਜਾਣਨ ਦੀ ਕੋਸ਼ਿਸ਼ ਕਰ ਰਿਹਾ ਕਿ ਕੀ ਭ੍ਰਿਸ਼ਟਾਚਾਰ ਇਹ 5 ਸਾਲ ਤੋਂ ਹੈ, ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਕੀ ਉਦੋਂ ਨਹੀਂ ਸੀਗਾ? ਭ੍ਰਿਸ਼ਟਾਚਾਰ ਤਾਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀ। ਜਦੋਂ ਕਾਂਗਰਸ ਨੇ ਇੱਥੇ ਰਾਜਪਾਟ ਸੰਭਿਆ, ਕਾਂਗਰਸ ਨੇ ਸਭ ਤੋਂ ਵੱਡਾ ਜਨਮ ਦਿੱਤਾ ਕਰਪਸ਼ਨ ਨੂੰ। ਇੱਥੇ ਤੁਸੀਂ ਆਮ ਵੱਡੇ ਰਾਈਟਰਾਂ ਦੀਆਂ ਕਿਤਾਬਾਂ ਪੜ੍ਹੋ, ਕਹਿੰਦੇ ਵੀ ਕਾਂਗਰਸ ਕਰਪਸ਼ਨ ਦੀ ਮਾਂ ਆ, ਮਦਰ ਆਫ ਕਰਪਸ਼ਨ। ਸੋ ਇਹ ਕੰਮ ਤਾਂ ਦੇਖੋ, ਬੋਫਰਸ, ਵੱਡੇ ਜਿਹੜੇ ਕਾਂਡ ਹੋਏ ਆ ਇੰਡੀਆ ਦੇ ਅੰਦਰ ਕਰਪਸ਼ਨ ਦੇ, ਉਹ ਕਾਂਗਰਸ ਵੇਲੇ ਹੋਏ ਆ। 2G ਸਕੈਮ, ਕੋਲ ਸਕੈਮ, ਫਲਾਂ ਸਕੈਮ, ਕਾਂਗਰਸ ਮਾਂ ਆ ਕਰਪਸ਼ਨ ਦੀ। ਸੋ ਇਹ ਕਿਤੇ ਨਾ ਕਿਤੇ ਕਲਚਰ ਵਿੱਚ, ਬਲੱਡ ਵਿੱਚ ਜਿਹੜੀ ਇਨਫਿਊਜ਼ ਕੀਤਾ ਹੈ ਲੋਕਾਂ ਦੇ, ਇਹ ਕਾਂਗਰਸ ਨੇ। ਮੰਨਦੇ ਹੋ ਅਕਾਲੀ ਦਲ ਵੇਲੇ ਵੀ ਸੀਗੀਆਂ ਚੀਜ਼ਾਂ? ਦੇਖੋ, ਤੁਸੀਂ ਜਿਹਦੀ ਮਰਜ਼ੀ ਸਰਕਾਰ ਲੈ ਆਓ, ਜਦ ਮੈਂ ਕਹਿ ਦਿੱਤਾ ਵੀ ਇਹ ਕਲਚਰ ਜਿਹੜਾ ਆ ਕਾਂਗਰਸ ਲੈ ਕੇ ਆਈ ਆ। ਮੈਂ ਨਹੀਂ ਕਹਿੰਦਾ ਤੁਸੀਂ ਦਿੱਲੀ ਨਹੀਂ ਹੈਗੀ ਕਰਪਸ਼ਨ, ਅੱਜ BJP ਦੀ ਸਰਕਾਰ ਆ, ਕੀ ਉੱਥੇ ਕਰਪਸ਼ਨ ਹੈ ਨਹੀਂ? ਹਰ ਜਗ੍ਹਾ ਕਰਪਸ਼ਨ। ਲੇਕਿਨ ਜਦੋਂ ਰੂਲਿੰਗ ਪਾਰਟੀ, ਜਦੋਂ ਸ਼ਾਸਨ ਕਰਦਾ ਹਿੱਸਾ ਉਹ ਹੱਲਾਸ਼ੇਰੀ ਦੇਣ ਲੱਗ ਜਾਂਦਾ ਕਰਪਸ਼ਨ ਨੂੰ, ਫਿਰ ਇਹਦੀ ਇੰਤਹਾ ਨਹੀਂ ਰਹਿੰਦੀ ਕੋਈ। ਜੇ ਮੁਲਾਜ਼ਮ ਨੂੰ, ਅਫਸਰ ਨੂੰ ਡਰ ਰਵੇ ਕਿਸੇ ਸ਼ਾਸਨ ਕਰਦਾ ਦਾ,
ਸ਼ਾਸਨਕਰਤਾ ਪਾਰਟੀ ਦਾ ਨੁਮਾਇੰਦਿਆਂ ਦਾ ਡਰ ਰਵੇ ਕਿ ਉਹ ਸਾਨੂੰ ਰੋਕੂਗਾ, ਉਹ ਆਪ ਕਰਪਟ ਨਹੀਂ, ਫਿਰ ਕਿਤੇ ਨਾ ਕਿਤੇ ਕਰਪਸ਼ਨ ਘਟਦੀ ਹੈ ਉਹ। ਲੇਕਿਨ ਜੇ ਸ਼ਾਸਨਕਰਤਾ ਜਿਹੜੇ ਲੋਕ ਆ, ਸ਼ਾਸਨ ਕਰਨ ਵਾਲੇ ਲੋਕ ਆ ਜਿਹੜੇ, ਜੇ ਉਹ ਆਪ ਹੀ ਹੱਲਾਸ਼ੇਰੀ ਦੇਣ ਤਾਂ ਫਿਰ ਉਹਦੀ ਸਪੀਡ ਜਿਹੜੀ ਆ ਕਰਪਸ਼ਨ ਦੀ, ਕ੍ਰਾਈਮ ਦੀ, ਉਹ ਦੁੱਗਣੀ ਚੌਗਣੀ ਹੋ ਜਾਂਦੀ ਹੈ। ਕਾਂਗਰਸ ਦੇ ਸਰਕਾਰ 'ਚ ਅੱਜ ਸਪੀਡਾਂ ਜਿਹੜੀਆਂ ਵੱਟੀਆਂ ਪੂਰੀਆਂ ਕਰਪਸ਼ਨ ਨੇ। ਚਾਹੇ ਤੁਸੀਂ ਪੁਲਿਸ ਦੇ ਚਲ ਜਾਓ, ਚਾਹੇ ਤੁਸੀਂ ਕਾਰਪੋਰੇਸ਼ਨ ਚਲ ਜਾਓ, ਚਾਹੇ ਤੁਸੀਂ ਬਿਜਲੀ ਦਫ਼ਤਰ ਚਲ ਜਾਓ, ਕਿਤੇ ਚਲ ਜਾਓ, ਜੇ ਤੁਹਾਡਾ ਕਰਪਸ਼ਨ ਤੋਂ ਬਿਨਾਂ ਕੰਮ ਹੋ ਜਾਵੇ ਤਾਂ ਸਮਝ ਲਓ ਵੀ ਭਾਈ ਤੁਹਾਡੀ ਹਿੰਮਤ ਆ, ਤੁਸੀਂ ਕਾਬਲ ਆ ਜੇ ਤੁਹਾਡਾ ਕੰਮ ਹੋ ਗਿਆ। ਨਹੀਂ ਤਾਂ ਆਮ ਜਨਤਾ ਜਿਹੜੀ ਹੈ ਵਿਚਾਰੀ, ਉਹ ਤਾਂ ਪਿਸਦੀ ਆ, ਉਹ ਕਹਿੰਦੇ ਯਾਰ ਕੰਮ ਹੋ ਜਾਵੇ। ਆ ਹੁਣ ਮੈਂ ਤੁਹਾਨੂੰ ਪ੍ਰੈਸ ਕਾਨਫਰੰਸ ਵਿੱਚ ਵੀ ਕਿਹਾ ਸੀ, ਮੇਰੇ ਕੋਲ ਇਹ ਸਟicker ਕਿੱਦਾਂ ਆਏ? ਮੈਨੂੰ ਕਿਸੇ ਸੱਜਣ ਨੇ ਕਿਸੇ ਕਾਂਗਰਸੀ ਲੀਡਰ ਦੇ ਕੋਲੋਂ, ਕਿਸੇ ਵਰਕਰ ਦੇ ਕੋਲੋਂ 3-3 ਹਜ਼ਾਰ 'ਚ ਖਰੀਦ ਕੇ ਦਿੱਤੇ ਆ। ਸੋ ਇਹ ਦੇਖੋ ਵੀ ਜੇ ਸ਼ਾਸਨ ਕਰਦਾ ਲੋਕ ਜਿਹੜੇ ਆ, ਜੇ ਉਹੀ ਹੱਲਾਸ਼ੇਰੀ ਦੇਣਗੇ ਤਾਂ ਫਿਰ ਸਪੀਡ ਜਿਹੜੀ ਆ ਭ੍ਰਿਸ਼ਟਾਚਾਰ ਦੀ, ਰਿਸ਼ਵਤਖੋਰੀ ਦੀ ਦੁੱਗਣੀ ਚੌਗਣੀ ਹੋ ਜਾਊਗਾ। ਤੁਸੀਂ ਮੇਰੀ ਗੱਲ ਦਾ ਮਾਈਂਡ ਨਾ ਕਰੋ। ਦੇਖੋ ਮਸਲਾ ਇਹ ਆ ਵੀ ਆਪਾਂ ਸਾਰੇ ਹੀ ਇਸ ਦੁਨੀਆ 'ਚ ਰਹਿ ਰਹੇ ਹਾਂ। ਇਹ ਸਾਰੀ ਦੁਨੀਆ 'ਚ ਕਿਤੇ ਨਾ ਕਿਤੇ ਕਮਜ਼ੋਰੀਆਂ, ਕਿਤੇ ਨਾ ਕਿਤੇ ਊਣਤਾਈਆਂ, ਕਿਤੇ ਨਾ ਕਿਤੇ ਵੀਕਨੈਸ ਹੈਗੀਆਂ। ਪਰ ਜੇ ਚੌਂਕੀਦਾਰੀ, ਜੇ ਸਿਪਾਹੀ ਆਪ ਹੀ ਹੱਲਾਸ਼ੇਰੀ ਦੇ ਦੇਵੇ ਤਾਂ ਫਿਰ ਡਾਕੇ ਤਾਂ ਪੈਣਾ ਹੀ ਆ। ਸੋ ਇਸ ਕਰਕੇ ਅੱਜ ਮੁੱਖ ਮੰਤਰੀ ਜੀ ਦਾ ਕੋਈ ਧਿਆਨ ਨਹੀਂ ਪੰਜਾਬ 'ਚ। ਉਹ ਕਿਸੇ ਜ਼ਿਲ੍ਹੇ 'ਚ ਜਾਂਦੇ ਨਹੀਂ, ਕਿਸੇ ਦੀ ਗੱਲ ਨਹੀਂ ਸੁਣਦੇ, ਆਮ ਜਨਤਾ 'ਚ ਉਹਨਾਂ ਦੀ ਪਹੁੰਚ ਕੋਈ ਨਹੀਂ। ਇਸ ਕਰਕੇ ਥੱਲੇ ਭੰਗ ਭੁੱਜ ਰਹੀ ਹੈ। ਮੈਂ ਕਹਿਣਾ ਥੱਲੇ ਭੰਗ ਭੁੱਜ ਰਹੀ ਹੈ ਇਸ ਵੇਲੇ ਦਫ਼ਤਰਾਂ 'ਚ। ਇੱਕ ਪਾਸੇ ਉਹ ਮੁੱਖ ਮੰਤਰੀ ਸੀ ਜਿਹੜੇ ਪਿੰਡ ਜਾਂਦੇ ਸੀ, ਮਹੱਲੇ ਜਾਂਦੇ ਸੀ, ਲੋਕਾਂ ਦੀ ਗੱਲ ਸੁਣਦੇ ਸੀ, ਹੱਲ ਕਰਦੇ ਸੀ। ਅੱਜ ਮੁੱਖ ਮੰਤਰੀ ਆ, ਉਹ ਜਨਤਾ 'ਚ ਨਹੀਂ ਜਾਂਦੇ, ਉਹ ਆਪਣੇ ਪੈਲਸਾਂ 'ਚ ਬੈਠੇ ਆ, ਫਾਰਮ ਹਾਊਸਾਂ 'ਚ ਬੈਠੇ ਆ। ਤਾਂ ਫਿਰ ਭਾਈ ਥੱਲੇ ਸਿਸਟਮ ਦਰੁਸਤ ਨਹੀਂ ਰਹਿ ਸਕਦਾ। ਲੱਗਦਾ ਹੈ ਕਿ ਇਹ ਜਿਹੜੀਆਂ ਹੁਣ ਨਗਰ ਨਿਗਮ ਦੀਆਂ ਚੋਣਾਂ ਆ ਰਹੀਆਂ ਨੇ, ਚੋਣਾਂ ਦੇ ਵਿੱਚ ਜਿਹੜੇ ਵੋਟਰ ਨੇ ਉਹਨਾਂ ਨੂੰ ਲੁਭਾਉਣ ਦੇ ਲਈ ਇਦਾਂ ਦੀਆਂ ਕਾਰਸਤਾਨੀਆਂ ਕੀਤੀਆਂ ਜਾ ਰਹੀਆਂ। ਬਿਲਕੁਲ ਐਗਜ਼ੈਕਟਲੀ ਇਹੀ ਆ। ਇਹ ਸਿਰਫ 5-5 ਹਜ਼ਾਰ ਇੱਕ ਹਲਕੇ 'ਚ ਇਹਨਾਂ ਨੇ ਸਟicker ਦੇ ਦਿੱਤੇ ਆ ਆਪਣੇ ਹਲਕਾ ਇੰਚਾਰਜਾਂ ਨੂੰ ਤੇ ਐਮਐਲਏਆਂ ਨੂੰ। ਉਹਨਾਂ ਨੇ ਅੱਗੇ ਆਪਣੇ ਖਾਸ ਚੁਣਿੰਦਾ ਬੰਦਿਆਂ ਨੂੰ ਅੱਗੇ 100-100 200 ਕਰਕੇ ਵੰਡ ਦਿੱਤੇ ਆ। ਉਹਨਾਂ 100-100 200 ਬੰਦਿਆਂ ਨੇ ਅੱਗੋਂ ਆਪਣੀਆਂ ਵੋਟਾਂ ਦੇਖ ਕੇ ਪੋਲੀਟੀਕਲ ਤਰੀਕੇ ਦੇ ਨਾਲ ਉਹਨਾਂ ਦੀ ਵੰਡ ਕਰ ਦਿੱਤੀ ਹੈ। ਸੋ ਜਦੋਂ ਆਪਾਂ ਵੰਡ ਜਿਹੜੀ ਕੋਈ ਲੋਕਾਂ ਦੇ ਵੈਲਫੇਅਰ ਦੀ ਗੱਲ ਹੈ, ਜੇ ਆਪਾਂ ਉਹਦੀ ਵੰਡ ਰਾਜਸੀ ਤਰੀਕੇ ਨਾਲ ਕਰਾਂਗੇ, ਪੋਲੀਟੀਕਲ ਤਰੀਕੇ ਨਾਲ ਕਰਾਂਗੇ, ਫਿਰ ਉਹ ਬੇਇਨਸਾਫੀ ਹੈ, ਫਿਰ ਉਹ ਰੂਲਾਂ ਦੇ ਖਿਲਾਫ ਆ, ਫਿਰ ਉਹ ਲੋਕਤੰਤਰ ਦੇ ਖਿਲਾਫ ਹੈ। ਲੋਕਤੰਤਰ ਦਾ ਮਤਲਬ ਇਹ ਨਹੀਂ ਕਿ ਜੋ ਚੁਣਿਆ ਹੋਇਆ ਨੁਮਾਇੰਦਾ ਜੋ ਚਾਹਵੇ ਉਹ ਕਰੇ 5 ਸਾਲ ਲਈ, ਨਹੀਂ। ਉਹਦੇ ਲਈ ਵੀ ਕੋਈ ਕਾਇਦੇ ਕਾਨੂੰਨ ਆ, ਉਹਦੇ ਲਈ ਵੀ ਕੋਈ ਜ਼ਾਬਤਾ ਆ। ਸੋ ਜ਼ਾਬਤੇ 'ਚ ਰਹਿ ਕੇ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ। ਤੇ ਜਿਹੜਾ ਅਧਿਕਾਰ ਮਹਿਕਮੇ ਦਾ ਹੈ ਉਹ ਮਹਿਕਮੇ ਨੂੰ ਕਰਨਾ ਚਾਹੀਦਾ ਆ। ਜਿਹੜਾ ਅਧਿਕਾਰ ਇੱਕ ਲੈਜਿਸਲੇਟਰ ਦਾ ਹੈ ਉਹ ਲੈਜਿਸਲੇਟਰ ਨੂੰ ਕਰਨਾ ਚਾਹੀਦਾ ਆ। ਜਿਹੜਾ ਇੱਕ ਹਲਕਾ ਇੰਚਾਰਜ ਕਾਂਗਰਸ ਦਾ ਜਿਹੜਾ ਅਧਿਕਾਰ ਉਹਦਾ, ਉਹਨੂੰ ਆਪਣੀ ਪਾਰਟੀ 'ਚ ਕਰਨਾ ਚਾਹੀਦਾ। ਲੇਕਿਨ ਮੁੱਖ ਮੰਤਰੀ ਨੂੰ ਆਹ ਜਿਹੜੀ ਸਟicker ਵਾਲਾ ਕੰਮ ਹੈ, ਸਟicker ਸ਼ਾਹੀ ਜਿਹੜੀ ਆ, ਇਹਨੂੰ ਬੰਦ ਕਰਨਾ ਚਾਹੀਦਾ ਜੀ। ਔਰ ਨਗਰ ਨਿਗਮ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਾ ਹੈ। 14 ਤਰੀਕ ਨੂੰ ਜਿਹੜੀਆਂ ਚੋਣਾਂ ਹੋਣੀਆਂ ਨੇ, ਉਹਦੇ ਲਈ ਸ਼੍ਰੋਮਣੀ ਅਕਾਲੀ ਦਲ ਦੀਆਂ ਕਿਸ ਤਰ੍ਹਾਂ ਤਿਆਰੀਆਂ ਨੇ? ਦੇਖੋ ਸਾਡੀ ਪੂਰੀ ਤਿਆਰੀ ਹੈ, ਪਰ ਅਸੀਂ ਚਾਹੁੰਦੇ ਹਾਂ ਵੀ ਅਸੀਂ ਜੇ ਇਹ ਗੱਲ ਕਹਿੰਦੇ ਆ ਵੀ ਚੋਣਾਂ ਨਾ ਕਰਾਓ ਤੇ ਕਾਂਗਰਸ ਨੇ ਕਹਿਣਾ ਇਹ ਤਾਂ ਡਰ ਗਏ ਆ। ਪਰ ਇੱਕ ਪਾਸੇ ਕਿਸਾਨ ਵੀ ਵਿਚਾਰੇ ਬੈਠੇ, ਉਧਰ ਵੀ ਧਿਆਨ ਆ, ਦੁਨੀਆ ਸਾਰੀ ਦਾ ਹੀ ਧਿਆਨ ਆ, ਸਾਰੇ ਪੰਜਾਬੀਆਂ ਦਾ ਧਿਆਨ ਹੈ। ਇਹਨਾਂ ਨੇ ਹੁਣ ਚੋਣਾਂ ਐਲਾਨ ਕਰਤੀਆਂ, ਅਸੀਂ ਡਟ ਕੇ ਲੜਾਂਗੇ, ਸਾਡੀ ਤਿਆਰੀ ਆ ਪੂਰੀ। 14 ਤਰੀਕ ਨੂੰ ਵੋਟਾਂ ਪੈਣੀਆਂ ਤੇ 17 ਤਰੀਕ ਨੂੰ ਰਿਜ਼ਲਟ ਆ। EVM ਤੇ ਵੋਟਾਂ ਪੈ ਰਹੀਆਂ, EVM ਤੇ ਮੈਨੂੰ ਸਮਝ ਨਹੀਂ ਆਉਂਦੀ ਬਈ 15, 16 ਤੇ 17 ਨੂੰ ਇਹ ਮਸ਼ੀਨਾਂ ਕਿਉਂ ਜਲੰਧਰ ਲੈ ਕੇ ਆਉਣਾ ਚਾਹੁੰਦੇ ਆ। ਜਿਹੜੀ ਵੋਟ ਫਲੋਰ ਪੈਣੀ, ਨਕੋਦਰ ਪੈਣੀ, ਸ਼ਾਹਕੋਟ ਪੈਣੀ, ਆਦਮਪੁਰ, ਲਾਵਲਪੁਰ, ਕਰਤਾਰਪੁਰ ਪੈਣੀ ਆ, ਉਹਨਾਂ ਦੀ ਗਿਣਤੀ ਪਹਿਲਾਂ ਵਾਂਗ ਉੱਥੇ ਹੀ ਵੋਟਿੰਗ ਸੈਂਟਰ ਦੇ ਉੱਤੇ ਉਹਨਾਂ ਦੀ ਕਾਊਂਟਿੰਗ ਕਰਾ ਦਿਓ। ਮਿੰਟ 5 ਦਾ ਕੰਮ ਹੈ ਜੀ। ਜਦੋਂ EVM ਮਸ਼ੀਨ ਤੇ ਵੋਟਿੰਗ ਖਤਮ ਹੁੰਦੀ ਆ, ਉਹ 3 ਬਟਨ ਦੱਬਦੇ ਆ, ਪਤਾ ਲੱਗ ਜਾਂਦਾ ਕਿਹੜੇ ਉਮੀਦਵਾਰ ਦੀਆਂ ਕਿੰਨੀਆਂ ਵੋਟਾਂ, ਰਿਜ਼ਲਟ ਆ ਜਾਂਦਾ ਉੱਥੇ ਮੌਕੇ ਤੇ। ਬੰਦੇ ਨੂੰ ਤਸੱਲੀ ਹੋ ਜਾਂਦੀ ਕਿ ਮੈਨੂੰ ਇੰਨੀਆਂ ਪਈਆਂ, ਫਲਾਣੇ ਨੂੰ ਇੰਨੀਆਂ ਪਈਆਂ। ਹੁਣ ਇਹ ਜਦੋਂ ਮਸ਼ੀਨਾਂ ਜਲੰਧਰ ਲੈ ਕੇ ਆਉਣਗੇ,
ਇਹਦਾ ਮਤਲਬ ਕਾਂਗਰਸ ਦੀ ਸਰਕਾਰ ਉਹਨੂੰ ਖੁਦ ਪਤਾ ਹੈ ਕਿ 4 ਸਾਲ ਅਸੀਂ ਕੀਤਾ ਕੁਝ ਨਹੀਂ। 4 ਸਾਲ ਅਸੀਂ ਆਹੀ ਕਰਤੂਤਾਂ ਕੀਤੀਆਂ, ਕਿਸੇ ਨੂੰ 2.5,000 ਪੈਨਸ਼ਨ ਨਹੀਂ ਮਿਲੀ, ਬੱਚਿਆਂ ਦਾ ਭਵਿੱਖ ਕਤਲ ਕਰ ਦਿੱਤਾ, ਕਿਸੇ ਨੂੰ 2500 ਰੁਪਈਆ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਨੌਜਵਾਨ ਮੁੰਡਿਆਂ ਨੂੰ ਵੀ ਅਸੀਂ ਮੁਆਵਜ਼ਾ ਦੇਵਾਂਗੇ, ਬੇਰੁਜ਼ਗਾਰੀ ਮੁਆਵਜ਼ਾ, ਉਹ ਨਹੀਂ ਮਿਲਿਆ। ਪਿੰਡਾਂ ਦੀ ਡਿਵੈਲਪਮੈਂਟ ਉੱਥੇ ਦੀ ਉੱਥੇ ਆ, ਸ਼ਹਿਰਾਂ 'ਚ ਕੋਈ ਕੰਮ ਨਹੀਂ ਹੋਇਆ, ਟੈਕਸ ਲਾ ਕੇ ਧੂੰਆਂ ਕੱਢ ਦਿੱਤਾ ਲੋਕਾਂ ਦਾ, ਬਿਜਲੀ 19 ਵਾਰੀ ਵੱਧ ਗਈ ਬਿਜਲੀ ਦੇ ਬਿੱਲ। ਇਹਨਾਂ ਨੂੰ ਲੱਗਦਾ ਵੀ ਜੇ ਅਸੀਂ ਵੋਟਾਂ ਸਹੀ ਪਵਾਈਆਂ ਤਾਂ ਲੋਕਾਂ ਨੇ ਕਾਂਗਰਸ ਨੂੰ ਜਵਾਬ ਦੇਣਾ ਠੋਕਵਾਂ। ਇਸ ਕਰਕੇ ਮੈਨੂੰ ਇਹ ਲੱਗਦਾ ਖਦਸ਼ਾ ਆ ਵੀ ਇਹ ਜਿਹੜੀਆਂ VOTING ਮਸ਼ੀਨਾਂ ਲੈ ਕੇ ਆ ਰਹੇ ਇੱਥੇ ਜਲੰਧਰ, ਇਹ ਜ਼ਰੂਰ ਗੜਬੜ ਕਰਨਗੇ। ਈਵੀਐਮ ਤੇ ਸਵਾਲ, ਈਵੀਐਮ ਤੇ ਸਵਾਲ ਚੁੱਕ ਰਹੇ ਹੋ। ਦੇਖੋ ਈਵੀਐਮ ਤੇ ਸਵਾਲ ਕਾਂਗਰਸ ਚੁੱਕਦੀ ਰਹੀ ਆ ਬਈ ਮੋਦੀ ਈਵੀਐਮ ਨਾ ਬਣਿਆ। ਜੇ ਕਾਂਗਰਸੀ ਉਹ ਰਾਹੁਲ ਗਾਂਧੀ ਨੇ ਵੀ ਚੁੱਕਿਆ ਸੀ ਸਵਾਲ ਵੀ ਜੇ ਈਵੀਐਮ ਨਾਲ ਮੋਦੀ ਬਣਿਆ, ਹੁਣ ਤੁਸੀਂ ਈਵੀਐਮ ਨਾਲ ਕਮੇਟੀਆਂ ਦੇ ਆਪਣੇ ਪ੍ਰਧਾਨ ਬਣਾਉਣਾ ਚਾਹੁੰਦੇ ਆ। ਅੱਛਾ, ਦੂਜਾ ਸਵਾਲ ਆ, ਤੁਸੀਂ ਈਵੀਐਮ ਨੂੰ ਉਹਨਾਂ VOTING ਸੈਂਟਰਾਂ ਤੋਂ ਚੁੱਕ ਕੇ ਕਿਉਂ ਲਿਆਉਣਾ ਚਾਹੁੰਦੇ ਆ, ਦੱਸੋ। ਸਵਾਲ ਇਹ ਹੈ ਕਿਉਂਕਿ ਸਵਾਲ ਈਵੀਐਮ ਤੇ ਉੱਠਦੇ ਰਹੇ ਨੇ। ਜੇਕਰ ਪਵਨ ਕੁਮਾਰ ਟੀਨੂ ਜੀ ਬਣੇ ਨੇ ਤਾਂ ਉਹ ਵੀ ਈਵੀਐਮ ਤੋਂ ਚੁਣ ਕੇ ਹੀ ਬਣੇ ਨੇ। ਬਿਲਕੁਲ, ਮੈਂ ਤਾਂ ਠੀਕ ਕਹਿ ਹੈ, ਰਿਹਾ। ਮੈਂ ਉਹੀ ਕਹਿ ਰਿਹਾ ਸੀ, ਸਵਾਲ ਈਵੀਐਮ ਤੇ ਕਰ ਰਹੇ ਹੋ ਜਾਂ ਕਾਂਗਰਸ ਦੀ ਮਨਸ਼ਾ ਦੇ ਉੱਤੇ ਕਰ ਰਹੇ ਹੋ? ਦੇਖੋ ਮੈਂ ਕਹਿ ਰਿਹਾ ਵੀ ਈਵੀਐਮ ਤੇ ਸਵਾਲ ਕਾਂਗਰਸ ਪਾਰਟੀ ਕਰਦੀ ਰਹੀ ਆ, ਮੈਂ ਨਹੀਂ ਕੀਤਾ ਕਦੀ, ਤੇ ਰਾਹੁਲ ਗਾਂਧੀ ਜੀ ਕਰਦੇ ਰਹੇ ਆ। ਦੂਜਾ, ਹੁਣ ਜੇ ਤੁਹਾਨੂੰ ਸ਼ੱਕ ਆ ਕਾਂਗਰਸੀ ਉਹ ਈਵੀਐਮ ਤੇ, ਘੱਟੋ ਘੱਟ ਤੁਸੀਂ ਤਾਂ ਨਾ ਈਵੀਐਮ ਵਰਤੋ। ਜੇ ਤੁਸੀਂ ਵਰਤਣੀ ਆ ਚਲੋ, ਸਾਨੂੰ ਕੋਈ ਇਤਰਾਜ਼ ਨਹੀਂ ਈਵੀਐਮ ਦਾ। ਜੇ ਤੁਸੀਂ ਵਰਤਣੀ ਆ ਤੇ ਤੁਸੀਂ 3 ਦਿਨ ਮਸ਼ੀਨਾਂ ਨੂੰ ਹੈੱਡਕੁਆਟਰ ਤੇ ਨਾ ਲੈ ਕੇ ਆਓ। ਇਹਦੇ ਨਾਲ ਲੋਕਤੰਤਰੀ ਜਿਹੜਾ ਵਿਸ਼ਵਾਸ ਹੈ ਲੋਕਾਂ ਦਾ ਲੋਕਤੰਤਰ 'ਚ, ਉਹਨੂੰ ਸੱਟ ਵੱਜ ਰਹੀ ਹੈ, ਸ਼ੱਕ ਪੈ ਰਹੀ ਹੈ ਤੁਹਾਡੇ ਤੇ। ਜੇ ਤੁਸੀਂ ਕੋਈ ਕੰਮ ਚੰਗੇ ਕੀਤੇ ਆ ਤਾਂ ਕੌਨਫੀਡੈਂਸ ਨਾਲ ਮੁਕਾਬਲਾ ਕਰੋ, ਉੱਥੇ ਹੀ ਵੋਟਾਂ ਦੀ ਗਿਣਤੀ ਕਰਾ ਦਿਓ, ਫੈਸਲਾ ਹੋ ਜਾਏਗਾ। ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਗੱਲਬਾਤ ਕੀਤੀ। ਔਰ ਇਹ ਸਨ ਪਵਨ ਕੁਮਾਰ ਟੀਨੂ ਵਿਧਾਇਕ ਨੇ ਆਦਮਪੁਰ ਤੋਂ। ਔਰ 14 ਤਰੀਕ ਨੂੰ ਜਿਵੇਂ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਨੇ, ਉਹਦੇ ਰਿਲੇਟਿਡ ਵੱਖ-ਵੱਖ ਪਾਰਟੀਆਂ ਦੇ ਵੱਲੋਂ ਤਿਆਰੀਆਂ ਜਿਹੜੀਆਂ ਨੇ ਕਮਰ ਕੱਸੇ ਕਰ ਲਏ ਗਏ ਨੇ ਔਰ ਇਲਜ਼ਾਮਾਂ ਦਾ ਦੌਰ ਜਿਹੜਾ ਉਹ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ 'ਚ ਹੋਰ ਸਰਗਰਮੀ ਜਿਹੜੀ ਹੈ ਦੇਖਣ ਨੂੰ ਮਿਲੇਗੀ। ਤੁਸੀਂ ਬਣੇ ਰਹੋ ਦੈਨਿਕ ਸਵੇਰਾ ਦੇ ਨਾਲ। ਕੈਮਰਾ ਪਰਸਨ ਗੁਲਸ਼ਨ ਕੁਮਾਰ ਦੇ ਨਾਲ ਮੈਂ ਅਮਨ ਚੰਡ, ਦੈਨਿਕ ਸਵੇਰਾ TV ਜਲੰਧਰ। All World Open Challenge 17-time gold medalist Mia Rafiq Mohammed, पंडित मौलवी बेगम तांत्रिक इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री मिया रफीक मोहम्मद। मोबाइल 84 374 94 647 84 374 94 648।